ਜੇ ਜਿਹੜਾ ਨਾ ਜੇ ਹੈਗਾ ਉਹ ਨਿਯਮ ਉਹਦੀ ਕਿਰਪਾ ਦੇ ਨਾਲ, ਉਹਦੀ ਗ੍ਰੇਸ ਦੇ ਨਾਲ, ਉਸ ਨਿਯਮ, ਉਸ ਰੱਬੀ ਹੁਕਮ ਦੇ ਕਿਰਪਾ ਦੇ ਨਾਲ, ਉਹਦੇ ਪ੍ਰਸਾਦ ਦੇ ਨਾਲ ਧਰ ਉੱਪਰ ਸੁਖ ਬਸਾ। ਧਰ ਮਤਲਬ ਇਸ ਮਨ ਦੀ ਧਰਤੀ ਦੇ ਉੱਤੇ ਜਿਹੜਾ ਨਾ ਸੁਖ ਵਸਦਾ, ਉਹਦੀ ਕਿਰਪਾ ਦੇ ਨਾਲ ਹੀ ਤੈਨੂੰ ਸੁਖ ਔਰ ਚੈਨ ਮਿਲਦਾ। ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਨਾ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਗੁਰ ਪ੍ਰਸਾਦ ਦਾ ਮਤਲਬ ਹੈਗਾ ਉਹ ਗੁਰ ਭਾਵ ਉਹ ਗਿਆਨ ਰੂਪੀ ਕਿਰਪਾ ਦੇ ਨਾਲ। ਇੱਥੇ ਲਿਖਿਆ ਗੁਰ ਪ੍ਰਸਾਦ, ਉੱਥੇ ਲਿਖਿਆ ਜੈ ਪ੍ਰਸਾਦ। ਗੁਰ ਪ੍ਰਸਾਦ ਭਾਵ ਉਸ ਗਿਆਨ ਦੀ ਕਿਰਪਾ ਦੇ ਨਾਲ, ਇੱਥੇ ਲਿਖਿਆ ਜੈ ਪ੍ਰਸਾਦ ਉਸ ਨਿਯਮ ਦੀ ਕਿਰਪਾ ਦੇ ਨਾਲ। ਜੈ ਪ੍ਰਸਾਦ ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਹੁਣ ਦੇਖੋ ਇੱਥੇ ਨਿਯਮ ਦੀ ਗੱਲ ਕਿੰਨੀ ਸਪਸ਼ਟ ਕਲੀਅਰ ਹੋ ਰਹੀ ਹੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ, ਜਿਹੜਾ ਉਹਦਾ ਕਾਰਜ ਮਤਲਬ ਹੁੰਦਾ ਹੈ ਜੋ ਉਹਦੀ ਕ੍ਰੀਏਸ਼ਨ ਹੈਗੀ ਹੈ, ਜੋ ਇਹ ਸਾਰੀ ਕ੍ਰੀਏਟੀਵਿਟੀ ਨਜ਼ਰ ਆ ਰਹੀ ਹੈ ਨਾ, ਉਹ ਕ੍ਰੀਏਸ਼ਨ ਜਿਹੜੀ ਹੈ ਆਪਣੇ ਕਾਰਜ ਮੈਂ ਆਪ ਸਮਾਇਆ। ਆਪਣੀ ਉਸ ਸਾਰੀ ਕ੍ਰੀਏਸ਼ਨ ਦੇ ਵਿੱਚ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ, ਦੂਈ ਕੁਦਰਤ ਸਾਜੀ ਕਰ ਅਰਸਨ ਠੋ ਚਾਓ। ਉਸ ਕ੍ਰੀਏਸ਼ਨ ਦੇ ਵਿੱਚ ਆਪਣੇ ਕਾਰਜ में आप समाया, लेकिन ਸੋਧਤ ਸੀਜਿਆ। ਜਿਹੜੀ ਇਹ ਜਾਣਕਾਰੀ ਮਿਲੀ ਹੈ ਨਾ, ਉਹ ਆਪਣੇ ਆਪ ਨੂੰ ਇੰਪਰੂਵਮੈਂਟ ਹੋਰ ਆਪਣੇ ਆਪ ਦੀ ਖੋਜ ਕਰਕੇ ਹੋਰ ਜਾਣ ਕੇ ਸੋਧਤ ਸੀਜਿਆ। ਗੁਰ ਪ੍ਰਸਾਦ ਤਤ ਸਭ ਬੂਝਿਆ। ਸੋ ਉਹ ਜਿਹੜਾ ਪ੍ਰਭ ਹੈ, ਜਿਹਨੂੰ ਅਸੀਂ ਸਭ ਤੋਂ ਪਹਿਲੇ ਜੈ ਪ੍ਰਸਾਦ, ਜਿਹਨੂੰ ਅਸੀਂ ਸ਼ਲੋਕ ਦੇ ਵਿੱਚ ਪੜਿਆ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਉਹ ਪ੍ਰਭ ਜਿਹੜਾ ਨਾ, ਪ੍ਰਭ ਭਾਵ ਉਹ ਨਿਯਮ ਦੀ, ਉਹ ਰੱਬੀ ਨਿਜ਼ਾਮ ਦੀ ਸੰਭਾਲ ਕਰ। ਸੰਭਾਲ ਮਤਲਬ ਉਹਨੂੰ ਸਮਝ। ਔਰ ਉसी ਨਿਯਮ ਦੀ ਜੈ ਪ੍ਰਸਾਦ ਧਰ ਉੱਪਰ ਸੁਖ ਬਸੈ। ਇਹ ਸੁਖ ਜਿਹੜਾ ਮਿਲਦਾ ਹੈ ਨਾ, ਜਿਹੜਾ ਅੰਦਰੂਨੀ ਆਤਮਕ ਚੈਨ ਦੀ ਗੱਲ ਜਿਹੜੀ ਚੱਲੀ ਹੋਈ ਹੈ, ਉਹ ਮਨ ਦੀ ਧਰਤੀ ਦੇ ਉੱਤੇ ਧਰ ਉੱਪਰ ਸੁਖ ਬਸੈ। ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ। ਅਖਰੀ ਜਦੋਂ ਅਰਥ ਕਰਦੇ ਆ ਇਹਦੇ, ਜਦੋਂ ਧਰ ਉੱਪਰ ਸੁਖ ਬਸੈ, ਧਰ ਦੀ ਉਸ ਆਪਣੇ ਅੰਦਰ ਦੀ ਧਰਤੀ ਦੀ ਗੱਲ ਚੱਲ ਰਹੀ ਹੈ। ਤੇ ਜਦੋਂ ਅਸੀਂ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੇ ਦੀ ਗੱਲ ਜਦੋਂ ਅਸੀਂ ਸਮਝਾਂਗੇ, ਤੇ ਜਦੋਂ ਆਮ ਤੌਰ ਤੇ ਅਰਥ ਇਹਦੇ ਇਹੀ ਬਣਦੇ ਨੇ ਕਿ ਸੁਤ ਭਾਵ ਪੁੱਤਰ, ਭਰਾਤ ਭਰਾ, ਮੀਤ ਦੋਸਤ, ਔਰ ਬਨਤਾ ਵੋਟੀ ਪਤਨੀ, ਸੰਗ ਹਸੇ। ਇਹਦੇ ਦੇ ਨਾਲ ਜਿਹੜਾ ਹੈ ਹਾਸਾ ਖੇਡਾ ਜਾਂ ਇੱਕ ਆਨੰਦ ਭਰਪੂਰ ਜਿਹੜਾ ਜੀਵਨ। ਪਰ ਜਦੋਂ ਅਸੀਂ ਗੁਰਬਾਣੀ ਨੂੰ ਅਸੀਂ ਸਮਝਦੇ ਹਾਂ, ਤੇ ਗੁਰਬਾਣੀ ਜਿਹੜੀ ਹੈ ਉਹ ਸਭ ਤੇ ਐਪਲੀਕੇਬਲ ਹੁੰਦੀ ਹੈ ਇਕੁਅਲੀ। ਜਦੋਂ ਇਹ ਸੁਤ ਭਰਾਤ ਮੀਤ ਬਨਤਾ ਦੀ ਗੱਲ ਅਸੀਂ ਕਰਦੇ ਹਾਂ, ਤੇ ਜਿਹੜੇ ਇਨਸਾਨ ਦਾ ਵਿਆਹ ਨਹੀਂ ਹੋਇਆ, ਜਿਹਦਾ ਪੁੱਤਰ ਨਹੀਂ ਹੈ, ਉਹਦੇ ਤੇ ਬਾਣੀ ਇਹ ਵਾਲੀ ਐਪਲੀਕੇਬਲ ਕਿਸ ਤਰ੍ਹਾਂ ਹੋਏਗੀ? ਇਹ ਪੰਕਤੀ ਜੇ ਇੱਕੋ ਇੱਕ ਘਰ ਦੇ ਚ ਹੈਗਾ, ਉਹਦਾ ਭਰਾ ਕੋਈ ਨਹੀਂ ਹੈਗਾ, ਤੇ ਉਹਦੇ ਤੇ ਐਪਲੀਕੇਬਲ ਕਿਸ ਤਰ੍ਹਾਂ ਹੋਏਗੀ? ਮੀਤ ਬਨਤਾ, ਇਹ ਸਾਰੇ ਜਦੋਂ ਅਸੀਂ ਸਮਝਾਂਗੇ ਨਾ, ਉਹ ਬਨਤਾ ਭਾਵ ਉਹ ਪਤਨੀ, ਉਹ ਵੋਟੀ ਜਿਹਦੇ ਹੋਏਗੀ ਨਹੀਂ ਹੋਏਗੀ, ਉਹਦੇ ਤੇ ਐਪਲੀਕੇਬਲ ਕਿਸ ਤਰ੍ਹਾਂ ਹੋਏਗਾ? ਜਾਂ ਫੀਮੇਲ ਤੇ ਅਸੀਂ ਕਿਸ ਤਰ੍ਹਾਂ ਐਪਲੀਕੇਬਲ ਕਰਾਂਗੇ ਪੰਕਤੀ? ਸੋ ਗੁਰਬਾਣੀ ਜਿਹੜੀ ਹੈ ਨਾ, ਉਹ ਜਦੋਂ ਅੰਦਰ ਦੇ ਮਨ ਦੀ ਗੱਲ ਕਰਦੀ ਹੈ, ਤੇ ਲੇਕਿਨ ਜਿਸ ਸੁੱਤ ਨੂੰ ਜਦੋਂ ਅਸੀਂ ਸਮਝਾਂਗੇ, ਤੇ ਜਦੋਂ ਬਾਣੀ ਦੇ ਵਿੱਚ ਇੱਕ ਜਗ੍ਹਾ ਅਸੀਂ ਪੜ੍ਹਦੇ ਹਾਂ, ਬੜਾ ਮਸ਼ਹੂਰ ਇੱਕ ਸ਼ਬਦ ਹੈਗਾ, ਅਸੀਂ ਆਮ ਹੀ ਪੜ੍ਹਦੇ ਹਾਂ, पूता माता की आसीस, निमक ना बिसरो तुमको हर हर सदा भजो जगदीश। ਇਹਨੂੰ ਆਮ ਤੌਰ ਤੇ ਬੱਚੇ ਦੇ ਬਰਥਡੇ ਤੇ ਰਾਗੀ ਸਿੰਘਾਂ ਕੋਲੋਂ ਕਹਿ ਕੇ ਪੜਵਾਇਆ ਜਾਂਦਾ ਹੈ, ਔਰ ਪੜਾਇਆ ਵੀ ਜਾਂਦਾ ਖਾਸ ਤੌਰ ਤੇ
ਮੁੰਡਿਆਂ ਦੇ ਬਰਥਡੇ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਉਹੀ ਹੈ ਕਿ ਪੂਤਾ ਭਾਵ ਪੁੱਤਰ ਨੂੰ ਮਾਂ ਦੀ ਅਸੀਸ ਹੈ। ਸੋ ਇਹ ਸ਼ਬਦ ਜਿਹੜਾ ਹੋ ਗਿਆ, ਇਹ ਕੇਵਲ ਪੁੱਤਰਾਂ ਵਾਸਤੇ ਹੋ ਗਿਆ ਔਰ ਮਾਂ ਵੱਲੋਂ ਅਸੀਸ ਹੋ ਗਈ। ਧੀਆਂ ਦੇ ਬਰਥਡੇ ਤੇ ਇਹ ਸ਼ਬਦ ਨਹੀਂ ਪੜਿਆ ਜਾਂਦਾ। ਤੇ ਫਿਰ ਇਹਨੂੰ ਕਿਸ ਤਰ੍ਹਾਂ ਅਸੀਂ ਹਰ ਇੱਕ ਦੇ, ਅਸੀਂ ਕਹਿੰਦੇ ਆ ਬਾਣੀ ਜਿਹੜੀ ਸਭ ਵਾਸਤੇ ਹੈਗੀ ਹੈ, ਚੌਵਰਨਾ ਕੋ ਦੇ ਉਪਦੇਸ਼, ਬਾਣੀ ਪ੍ਰਭ ਕੀ ਸਭ ਕੋ ਬੋਲਾ। ਸੋ ਉਹ ਇਹ ਜਿਹੜੀ ਗੱਲ ਹੈ ਸਭ ਤੇ ਐਪਲੀਕੇਬਲ ਤਾਂ ਹੀ ਹੋਏਗੀ ਜਦੋਂ ਅਸੀਂ ਬਾਣੀ ਦੇ ਸਿਧਾਂਤ ਨੂੰ ਉਸ ਢੰਗ ਦੇ ਨਾਲ ਸਮਝਾਂਗੇ ਕਿ ਬਾਣੀ ਸਭ ਵਾਸਤੇ ਹੈਗੀ, ਕਿਸੇ ਖਾਸ ਪਾਰਟਿਕੂਲਰ ਇੱਕ ਤਬਕੇ ਵਾਸਤੇ, ਇੱਕ ਇਨਸਾਨ ਵਾਸਤੇ ਜਾਂ ਇੱਕ ਉਹਦੇ ਵਾਸਤੇ ਨਹੀਂ ਹੈਗੀ, ਇੱਕ ਕੈਟੇਗਰੀ ਵਾਸਤੇ ਨਹੀਂ ਹੈਗੀ। ਸੋ ਪੂਤਾ ਮਾਤਾ ਕੀ ਅਸੀਸ ਨੂੰ ਜਦੋਂ ਅਸੀਂ ਸਮਝਾਂਗੇ ਤੇ ਇੱਕ ਸ਼ਬਦ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ 496 ਪੇਜ ਦੇ ਉੱਤੇ ਸ਼ਬਦ ਹੈਗਾ, 496 ਨੰਬਰ ਤੇ। ਠੀਕ ਇਸ ਤੋਂ ਪਹਿਲੇ 495 ਨੰਬਰ ਦਾ ਇਸ ਤੋਂ ਪਿਛਲਾ ਸ਼ਬਦ ਅਸੀਂ ਪੜਾਂਗੇ। ਉਹ ਸ਼ਬਦ ਹੈਗਾ, ਉਸ ਸ਼ਬਦ ਦਾ ਰਹਾਓ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਸ਼ਬਦ ਤੇ ਬਹੁਤ ਲੰਬਾ ਹੈ। ਮਾਈ ਖਾਟ ਆਇਓ ਘਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਉਸ ਸ਼ਬਦ ਨੂੰ ਅਸੀਂ ਪੜਾਂਗੇ। ਮਾਈ, ਉਸ ਗੱਲ ਚੱਲ ਰਹੀ ਹੈ ਕਿਸੇ ਬੱਚੇ ਦੀ, ਭਾਵ ਉਹ ਮਨ ਰੂਪੀ ਬੱਚੇ ਦੀ ਗੱਲ। ਪੁੱਤਰ ਜਿਹੜਾ ਮਾਈ ਖਾਟ ਆਇਓ ਘਰ ਪੂਤਾ, ਉਹ ਬੜਾ ਉਸ ਇੱਕ ਪੂਰਾ ਕਨਸੈਪਟ ਉਹਦੇ ਦਿੱਤਾ ਹੋਇਆ ਹੈ ਕਿ ਉਹ ਪੁੱਤਰ ਜਿਹੜਾ ਹੈ, ਮਨ ਜਿਹੜਾ ਹੈਗਾ, ਮਨ ਪੁੱਤਰ ਕੁਝ ਖੱਟ ਕੇ ਆਇਆ ਹੈ, ਕੁਝ ਗਿਆਨ ਲੈ ਕੇ, ਕੁਝ ਸਿੱਖ ਕੇ ਆਇਆ ਹੈ, ਉਹਦੀ ਕੁਝ ਅਵਸਥਾ ਬਣੀ ਹੈ, ਉਸ ਅਵਸਥਾ ਦੀ ਗੱਲ ਚੱਲ ਰਹੀ ਹੈ ਕਿ ਹਰ ਤਨ ਨੂੰ, ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਉਹ ਜਿਹੜਾ ਪੁੱਤਰ ਹੈ ਮਨ, ਉਹ ਕੋਈ ਹਰੀ ਦਾ ਧਨ ਖੱਟ ਕੇ ਆਇਆ। ਮਾਈ ਖਾਟ ਆਇਓ ਘਰ ਪੂਤਾ, ਉਹ ਜਿਹੜਾ ਪੁੱਤਰ ਖੱਟ ਕੇ ਆਇਆ ਨਾ, ਉਸੀ ਨੂੰ ਅਗਲੇ ਸ਼ਬਦ ਦੇ ਵਿੱਚ ਕਿਹਾ ਹੋਇਆ ਹੈ, ਨਿਮਕ ਨਾ ਬਿਸਰੋ ਤੁਮਕੋ ਹਰ ਹਰ, ਕਿ ਹੁਣ ਜਿਹੜਾ ਤੂੰ ਖੱਟ ਕੇ ਆਇਆ ਨਾ, ਹੁਣ ਤੈਨੂੰ ਵਿਸਰੇ ਨਾ। ਉਹ ਜਿਹੜਾ ਹਰ ਧਨ ਖੱਟ ਕੇ ਆਇਆ ਨਾ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਸੋ ਉਹ ਪੁੱਤਰ ਜਿਹੜਾ ਹੈ ਮਨ ਦੀ ਗੱਲ ਕੀਤੀ ਹੋਈ। ਸੋ ਹੋ ਸਕਦਾ ਕਿਸੇ ਦਾ ਪੁੱਤਰ ਨਾ ਹੋਏ, ਹੋ ਸਕਦਾ ਕਿਸੇ ਦੀ ਵੋਟੀ ਨਾ ਹੋਏ, ਹੋ ਸਕਦਾ ਕਿਸੇ ਦਾ ਭਰਾ ਨਾ ਹੋਏ, ਹੋ ਸਕਦਾ ਕਿਸੇ ਦਾ ਮਿੱਤਰ ਨਾ ਹੋਏ, ਲੇਕਿਨ ਮਨ ਜਿਹੜਾ ਹੈ ਉਹ ਸਭ ਕੋਲ ਹੁੰਦਾ ਹੈ। ਸੋ ਇੱਥੇ ਜਿਹੜੀ ਗੱਲ ਕੀਤੀ ਹੋਈ ਹੈ ਨਾ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਇਹ ਮਨ ਦੀ ਗੱਲ ਕੀਤੀ ਹੋਈ ਹੈ। ਭਰਾਤ, ਭਰਾਤ ਭਾਵ ਭਾਈ, ਭਰਾ। ਜਦੋਂ ਗੁਰਬਾਣੀ ਚ ਅਸੀਂ ਭਰਾ ਦੀ ਗੱਲ ਕਰਦੇ ਆ ਤੇ ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਰਹੇ ਵਿਸੇ। ਸਤ ਭਾਈ, ਸੱਚ ਜਿਹੜਾ ਹੈ ਉਹ ਭਰਾ ਹੈ। ਸਤ ਭਾਈ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਮੀਤ, ਜਦੋਂ ਮਿੱਤਰ ਭਾਵ ਦੋਸਤ ਭਾਵ ਜਿਹੜੇ ਆਪਣੇ ਸੰਗੀ ਮਿੱਤਰਾਂ ਦੀ ਜਿਹੜੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਸੱਜਣ ਸਹੀ ਨਾਲ ਮੈਂ, ਸੱਜਣ ਭਾਵ ਮੇਰੇ ਮਿੱਤਰ, ਮੇਰੇ ਦੋਸਤ ਕੌਣ ਨੇ? ਚਲਦੇ ਆ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਭਾਵ ਉਹ ਸੱਜਣ ਨੇ, ਉਹ ਮਿੱਤਰ ਨੇ, ਮੇਰੇ ਚੰਗੇ ਮਿੱਤਰ ਨੇ, ਜਿੱਥੇ ਲੇਖਾ ਮੰਗੀਏ, ਜਿੱਥੇ ਮੈਨੂੰ ਪ੍ਰੋਬਲਮ ਆਉਂਦੀ ਹੈ, ਜਿੱਥੇ ਮੇਰੀ ਪੁੱਛ ਹੁੰਦੀ ਹੈ, ਜਿੱਥੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਤਕਲੀਫ, ਕੋਈ ਦਿੱਕਤ ਆਉਂਦੀ ਹੈ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਉਹ ਜਿਹੜੇ ਚੰਗੇ ਗੁਣ ਨੇ ਨਾ, ਰੱਬੀ ਗੁਣ ਨੇ, ਜਿਹੜੇ ਕੁਆਲਿਟੀਜ਼ ਨੇ, ਉਹ ਮੇਰੇ ਐਕਚੁਅਲ ਅਸਲੀ ਮਿੱਤਰ ਉਹ ਹੈਗੇ। ਦੁਨੀਆ ਦਾ ਮਿੱਤਰ ਕੋਈ ਸਾਥ ਦੇਗਾ ਨਹੀਂ ਦੇਗਾ ਪਤਾ ਨਹੀਂ, ਲੇਕਿਨ ਜਿਹੜੇ ਬੰਦੇ ਦੀ ਅੰਦਰ ਦੀ ਕੁਆਲਿਟੀ, ਅੰਦਰ ਦੇ ਜਿਹੜੇ ਗੁਣ ਨੇ ਨਾ, ਉਹ ਹਰ ਜਗ੍ਹਾ ਉੱਥੇ ਉਹਦੇ ਨਾਲ ਖੜੇ ਹੋਣਗੇ ਜਿੱਥੇ ਉਹਨੂੰ ਪ੍ਰੋਬਲਮ ਆਏਗੀ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਸੋ ਸਾਜਣ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਪੂਰਾ ਸ਼ਬਦ ਅਸੀਂ ਗੁਰਬਾਣੀ ਦਾ ਕਨਸੈਪਟ ਅਸੀਂ ਸਮਝਾਂਗੇ। ਜੋ ਮਤ ਦਿੰਦਾ ਨਾ, ਜੋ ਹਰੀ ਦੀ ਮਤ ਦਿੰਦਾ, ਉਹ ਮੇਰਾ ਅਸਲੀ ਸੱਜਣ, ਉਹ ਮੇਰਾ ਅਸਲੀ ਮੀਤ ਹੈ, ਉਹ ਹੈ ਮੇਰੇ ਗੁਣ, ਕੁਆਲਿਟੀ।
ਇਸੇ ਤਰ੍ਹਾਂ ਜਦੋਂ ਅਸੀਂ ਬਨਤਾ ਦੀ ਗੱਲ ਕਰਦੇ ਹਾਂ ਤੇ ਸਾਨੂੰ ਬੜੇ ਸਾਰੇ ਐਗਜ਼ਾਮਪਲ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਬਨਤਾ ਵੋਟੀ ਦੀ ਗੱਲ ਕਰ ਰਹੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਪਹਿਲੀ ਕਰੂਪ ਕੁਜਾਤ ਕੁਲਖਣੀ ਸਹੁਰੇ ਪਈ ਹੈ ਬੁਰੀ। ਬੜਾ ਕਮਾਲ ਦਾ ਐਗਜ਼ਾਮਪਲ ਹੈਗਾ ਇਹਨੂੰ, ਹਾਲਾਂਕਿ ਅਰਥ ਕਰਨ ਵਾਲਿਆਂ ਨੇ ਇਹਨੂੰ ਕਿਸੇ ਹੋਰ ਪਾਸੇ ਲੈ ਗਏ ਨੇ ਭਗਤ ਮਾਲ ਦੀ ਕਹਾਣੀਆਂ ਦੇ ਮੁਤਾਬਿਕ, ਲੇਕਿਨ ਕਬੀਰ ਸਾਹਿਬ ਆਪਣੀ ਮੱਤ ਦੀ ਗੱਲ ਕਰ ਰਹੇ ਕਿ ਪਹਿਲੀ ਜਿਹੜੀ ਮੇਰੀ ਮੱਤ ਸੀ, ਪਹਿਲੀ ਕਰੂਪ ਕੁਜਾਤ ਕੁਲਖਣੀ ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਤ ਸੁਲਖਣੀ ਸਹਿਜੇ ਉਦਰ ਤਰੀ। ਭਲੀ ਸਰੀ ਮੁਈ ਮੇਰੀ ਪਹਿਲੀ ਵਰੀ, ਜੁਗ ਜੁਗ ਜੀਏ ਮੇਰੀ ਅਬ ਕੀ ਤਰੀ। ਚੰਗਾ ਹੋਇਆ ਮੇਰੀ ਪਹਿਲੀ ਵਾਲੀ ਮੱਤ ਮਰ ਗਈ, ਉਹ ਖਤਮ ਹੋ ਗਈ, ਮਿਟ ਗਈ। ਜਿਹੜੀ ਹੁਣ ਮੈਨੂੰ ਚੰਗੀ ਮੱਤ ਮਿਲੀ ਹੈ ਨਾ, ਜੁਗ ਜੁਗ ਜੀਵੇ ਮੇਰੀ ਅਬ ਕੀ ਤਰੀ। ਕਹੋ ਕਬੀਰ ਜਬ ਲੋਹਰੀ ਆਈ, ਬੜੀ का सुहाग टरियो, लोहरी संग पई अब मेरे जेठी और तरियो। ਲੋਹਰੀ ਜਿਹੜੀ ਹੈ, ਜਿਹੜੀ ਛੋਟੀ ਹੈ, ਉਹ ਮੇਰੇ ਨਾਲ ਰਹਿ ਗਈ ਤੇ ਜੇਠੀ ਭਾਵ ਜਿਹੜੀ ਪਹਿਲੇ ਵਾਲੀ ਸੀ ਨੇ, ਉਹਨੇ ਕੋਈ ਹੋਰ ਕਰ ਲਿਆ। ਜੇਠੀ ਔਰ ਤਰਿਓ। ਸੋ ਉਹ ਕਬੀਰ ਸਾਹਿਬ ਉਸ ਮੱਤ ਦੀ ਗੱਲ ਕਰਦੇ ਨੇ, ਵੋਟੀ ਦੀ ਗੱਲ ਕਰਦੇ। ਸੋ ਜਦੋਂ ਅਸੀਂ ਅੰਦਰ ਦੀ ਗੱਲ ਕਰਾਂਗੇ ਨਾ, ਇਹ ਸਾਰੀ ਗੁਰਬਾਣੀ ਸਾਨੂੰ ਉਸ ਅੰਦਰ ਦੇ ਸੁਤ ਭਰਾਤ ਮੀਤ ਬਨਤਾ ਸੰਗ ਹਸੇ ਦੀ ਗੱਲ ਦੱਸੀ। ਜੈ ਪ੍ਰਸਾਦ, ਉਹਦੀ ਕਿਰਪਾ ਦੇ ਨਾਲ, ਉਹਦੀ ਗ੍ਰੇਸ, ਉਹਦੀ ਗਿਆਨ ਦੇ ਨਾਲ ਰੂਪੀ ਜਿਹੜੀ ਕਿਰਪਾ ਹੈ ਨਾ, ਜੈ ਪ੍ਰਸਾਦ, ਉਹਦੇ ਨਾਲ ਜਿਹੜਾ ਹੈ ਇਹ ਸਾਰੇ ਅੰਦਰ ਦੇ ਪ੍ਰਫੁੱਲਤ ਹੁੰਦੇ ਨੇ। ਸੁਤ ਭਰਾਤ ਮੀਤ ਬਨਤਾ ਸੰਗ ਹਸੇ, ਜੈ ਪ੍ਰਸਾਦ ਪੀਵੇ ਸੀਤਲ ਜਲਾ। ਜਿਹੜਾ ਆਤਮਕ ਚੈਨ ਹੈ, ਜਲ ਭਾਵ ਉਹ ਸੀਤਲ ਜਲਾ, ਸੀਤਲ ਜਲਾ ਭਾਵ ਉਹ ਆਤਮਕ ਚੈਨ ਹੈ ਜਿਹੜਾ ਨਾ, ਉਹ ਜੈ ਪ੍ਰਸਾਦ ਉਹਦੀ ਕਿਰਪਾ ਦੇ ਨਾਲ ਹੀ ਤੈਨੂੰ ਮਿਲ ਸਕਦਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧ ਕਾਰਨ ਭਾਵ ਜੋ ਆਤਮਕ ਚੈਨ, ਜੋ ਸਕੂਨ, ਜੋ ਖੁਸ਼ੀ ਖੇੜਾ ਲੈਣ ਤੂੰ ਆਇਆ ਹੈ। ਜੈ जिस जल निध कारण तुम जग आए, सो अमृत गुर पाही जियो। सो जय प्रसाद पीवे सतत शीतल जला, सुखदाई पवन पावक अमला। वो सुखदाई पवन जड़ी है, पवन भाव ज्ञान, पवन गुरु, सुखदाई पवन पावक अमला। सब वो जड़ी है सुखदाई पवन, ਉਹ ਪਾਵਕ ਭਾਵ ਅਗਨੀ ਨੂੰ ਕਹਿੰਦੇ ਨੇ। ਲੇਕਿਨ ਇੱਥੇ ਜਿਹੜੀ ਅਗਨ ਦੀ ਗੱਲ ਕੀਤੀ ਹੈ, ਉਹ ਅਗਨ ਹੈ ਜਿਹੜੀ ਭਾਵ ਖਲਾ ਅਗਨ ਤਪ ਤਾਓ ਵਾਲੀ ਅਗਨ ਦੀ ਗੱਲ ਕੀਤੀ ਹੈ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਪਤਿਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ। ਨਾਨਕ ਰਾਮ ਨਾਮ ਜਪ ਪਾਵਕੋ, ਤਿੰਨ ਕਿਲ ਵਿਕ ਦਾਹਨ ਹਾਰ। ਉਹ ਜਿਹੜੀ ਅਗਨ ਤਪਤਾ ਹੋ ਨਾ, ਉਹ ਐਸੀ ਅਗਨ ਹੈ ਜਿਹੜੇ ਮੇਰੀ ਅੰਦਰ ਦੀ ਕਿਲ ਵਿਕ, ਮੇਰੇ ਡੁਐਲਿਟੀ, ਮੇਰੇ ਭਰਮ ਜਿਹੜੀ ਹੈ ਉਹ ਜਲਾ ਦਿੰਦੀ ਹੈ। ਸੋ ਸੁਖਦਾਈ ਪਵਨ ਪਾਵਕ ਅਮਲਾ ਭਾਵ ਉਹ ਅਮੁੱਲੀ, ਜਿਹਦਾ ਕੋਈ ਮੁੱਲ ਨਹੀਂ ਹੈ। ਉਹ ਪਵਨ, ਉਹ ਗੁਰੂ ਰੂਪੀ ਜਿਹੜਾ ਗਿਆਨ ਹੈ, ਪਵਨ ਗੁਰੂ ਪਾਣੀ ਪਿਤਾ, ਉਹ ਪਵਨ ਔਰ ਉਹ ਅਗਨ, ਇਹ ਤੈਨੂੰ ਸੁਖਦਾਈ ਉਸ ਪ੍ਰਸਾਦ ਭਾਵ ਉਹਦੀ ਗ੍ਰੇਸ, ਉਹਦੀ ਕਿਰਪਾ ਦੇ ਨਾਲ ਤੈਨੂੰ ਮਿਲ ਸਕਦੀ ਹੈ। ਜੈ ਪ੍ਰਸਾਦ ਭੋਗੈ ਸਭ ਰਸਾ। ਜੈ ਪ੍ਰਸਾਦ ਭਾਵ ਉਸ ਜੈ ਨੂੰ ਅਸੀਂ ਨਾ ਛੱਡੀਏ। ਜੈ ਜਿਹੜਾ ਹੈਗਾ ਉਹੀ ਹੈਗਾ ਜੋ ਸੋ ਪ੍ਰਭ ਸਦਾ ਸਮਾਲ, ਜਿਹਨੂੰ ਸ਼ਲੋਕ ਦੀ ਗੱਲ ਕੀਤੀ ਹੈ। ਕਿਤੇ ਇਹ ਭਰਮ ਨਾ ਪੈ ਜਾਏ ਕਿ ਜੈ ਅਸੀਂ ਭੁਲੇਖਾ ਨਾ ਖਾ ਲਈਏ। ਜੈ ਪ੍ਰਸਾਦ ਉਹੀ ਸ਼ਲੋਕ ਦੇ ਜਿਸ ਦੀ ਜੈ ਦੀ ਗੱਲ ਕੀਤੀ ਹੈ, ਕਿਉਂਕਿ ਨਾਉਨ ਪ੍ਰਨਾਉਨ ਅਸੀਂ ਸਮਝਦੇ ਹਾਂ ਨਾ। ਇੱਕ ਵਾਰੀ ਜਦੋਂ ਅਸੀਂ ਜਿਸ ਤਰ੍ਹਾਂ ਐਕਸੇ ਲਿਖਦੇ ਹਾਂ ਜਾਂ ਕੋਈ ਪੈਰਾਗ੍ਰਾਫ ਲਿਖਦੇ ਨਾ, ਇੱਕ ਵਾਰੀ ਉੱਪਰ ਨਾਮ ਆ ਜਾਂਦਾ। ਮੰਨ ਲਓ ਅਸੀਂ ਭਗਤ ਸਿੰਘ ਦੇ ਉੱਤੇ ਕੋਈ ਅਸੀਂ ਐਸੇ ਲਿਖਣਾ ਹੈ, ਤੇ ਇੱਕ ਵਾਰੀ ਅਸੀਂ ਲਿਖਦੇ ਹੁੰਦੇ ਨਾ ਉੱਪਰ, ਭਗਤ ਸਿੰਘ ਦਾ ਜਨਮ ਫਲਾਣੇ ਫਲਾਣੇ ਪਿੰਡ ਦੇ ਵਿੱਚ ਇੰਨੇ ਸੰਨ ਦੇ ਵਿੱਚ ਹੋਇਆ ਸੀ। ਉਸ ਤੋਂ ਬਾਅਦ ਅਸੀਂ ਭਗਤ ਸਿੰਘ ਦਾ ਨਾਮ ਨਹੀਂ ਲਿਖਾਂਗੇ ਨਾ, ਤਾਂ ਵੀ ਉਹ ਸਾਨੂੰ ਇਹਨਾਂ ਨੇ ਆਜ਼ਾਦੀ ਦੇ ਵਿੱਚ ਇਹ ਕੀਤਾ, ਇਹਨਾਂ ਨੇ ਇੱਥੇ ਗਏ, ਉਹ ਪ੍ਰਨਾਉਨ ਚੱਲਦਾ। ਫਿਰ ਪ੍ਰਨਾਉਨ, ਉਹ ਹਰ ਜਗ੍ਹਾ ਅਸੀਂ ਨਾਮ ਨਹੀਂ ਲਿਖਦੇ ਪੂਰੇ ਪੈਰਾਗ੍ਰਾਫ ਦੇ ਵਿੱਚ। ਇਸੇ ਤਰ੍ਹਾਂ ਜੈ ਪ੍ਰਸਾਦ
ਉਹੀ ਹੈ ਜਿਹੜਾ ਜਿਹਦਾ ਸ਼ਲੋਕ ਦੇ ਜਿਹਦਾ ਜ਼ਿਕਰ ਕੀਤਾ। ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸਮਾਲ। ਸੋ ਜੈ ਪ੍ਰਸਾਦ ਭੋਗੈ ਸਭ ਰਸਾ, ਜਿਸ ਦੀ ਕਿਰਪਾ ਭਾਵ ਜਿਸ ਦੀ ਗ੍ਰੇਸ ਦੇ ਨਾਲ ਉਸ ਰੱਬੀ ਨਿਯਮ ਪ੍ਰਭ ਰੱਬੀ ਨਿਯਮ ਇੱਕੋ ਹੀ ਗੱਲ ਹੈ, ਜਿਸ ਰੱਬੀ ਨਿਯਮ ਦੇ ਕਿਰਪਾ ਦੇ ਨਾਲ ਭੋਗੈ ਸਭ ਰਸਾ। ਸਾਰੇ ਰਸਾ ਪਲੂਰਲ ਫਾਰਮ ਦੇ ਵਿੱਚ ਆਉਂਦਾ। ਰਸ ਹੁੰਦਾ ਇੱਕ ਰਸ, ਔਰ ਰਸਾ ਹੁੰਦਾ ਬਹੁਤ ਸਾਰੇ ਰਸ ਪਲੂਰਲ ਫਾਰਮ ਦੇ ਵਿੱਚ। ਜਦੋਂ ਅਸੀਂ ਕਹਿੰਦੇ ਆ ਉਹਨੂੰ ਬਹੁਵਚਨ ਜਦੋਂ ਅਸੀਂ ਕਹਿੰਦੇ ਉਹ ਰਸਾ ਹੁੰਦਾ। ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਜਿਸ ਦੀ ਕਿਰਪਾ ਜਿਸ ਦੀ ਗ੍ਰੇਸ ਦੇ ਨਾਲ ਹਸਤ ਪਾਮ ਕਰਨ ਨੇਤਰ ਰਸਨਾ ਜਿਹੜੀ ਹੈ ਉਹ ਹੁਣ ਇਹਦੇ ਵਿੱਚ ਜਦੋਂ ਅਸੀਂ ਇਹ ਵੀ ਜਿਹੜੀ ਨੇਤਰ ਪਾਮ ਹਸਤ ਜਿਹੜੀ ਗੱਲ ਕੀਤੀ ਨਾ, ਜਦੋਂ ਅੰਦਰ ਦੀ ਗੱਲ ਅਸੀਂ ਸਮਝਾਂਗੇ ਤਾਂ ਸਾਨੂੰ ਸਾਰੀ ਉਹ ਅੰਦਰ ਦੀ ਹਸਤ ਪਾਮ ਨੇਤਰ ਸਾਨੂੰ ਸਮਝ ਆਣਗੇ। ਇੱਕ ਜਗ੍ਹਾ ਗੁਰਬਾਣੀ ਚ ਕਹਿੰਦੇ ਗੁਰੂ ਸਾਹਿਬ, ਦਿਸੈ ਸੁਣੀਐ ਜਾਣੀਐ ਸੌ ਨਾ ਪਾਇਆ ਜਾਏ, ਰੂਹਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਧਾਏ, ਭੈ ਕੇ ਚਰਨ ਕਰ ਭਾਵ ਹੱਥ ਜਿਹੜੇ ਹੁੰਦੇ ਨੇ, ਭੈ ਕੇ ਚਰਨ ਭਾਵ ਪੈਰ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸੰਜਾਣੀਏ ਇਵ ਕੰਤ ਮਿਲਾਵਾ ਹੋਈ। ਸੋ ਕਿਸ ਤਰ੍ਹਾਂ ਉਹ ਕਹਿੰਦੇ ਨੇ, ਇੱਕ ਦਿਸੈ ਸੁਣਿਆ ਜਾਣਿਆ ਸੌ ਨਾ ਪਾਇਆ ਜਾਏ, ਰੂਹਲਾ ਟੁੰਡਾ ਅੰਧਲਾ ਕਿਉਂ ਗਲ ਲੱਗੇ ਧਾਏ। ਇੱਕ ਜਿਹੜਾ ਸੁਣ ਨਹੀਂ ਟੁਰ ਨਹੀਂ ਸਕਦਾ, ਟੁੰਡਾ ਹੈ ਅੰਧਲਾ ਹੈ, ਕਿਉਂ ਗੱਲ ਉਹ ਕਿਸ ਤਰ੍ਹਾਂ ਮਿਲ ਸਕਦਾ। ਇੱਕ ਸਭ ਅੰਦਰ ਦੀ ਗੱਲ ਹੈਗੀ ਏ ਕਿ ਇੱਕ ਬੰਦਾ ਜਿਹੜਾ ਜਿਹਦੇ ਚੱਲਣ ਤੋਂ ਸਮਰੱਥ ਹੈ, ਜਿਹਨੂੰ ਨਜ਼ਰ ਨਹੀਂ ਆ ਰਿਹਾ, ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਸੋ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਉਸ ਨੂੰ ਤਿਆਗ ਕੇ, ਉਸ ਪ੍ਰਭੂ ਨੂੰ ਤਿਆਗ ਕੇ ਅਵਰ ਸੰਗ ਰਚਨਾ ਭਾਵ ਰਚਿਆ ਹੋਇਆ ਤੂੰ ਕਿਸੇ ਹੋਰ ਪਾਸੇ। ਅਵਰ ਸੰਗ ਰਚਨਾ, ਹੁਣ ਅਵਰ ਨੂੰ ਬੜਾ ਸਮਝਣ ਵਾਲੀ ਗੱਲ ਹੈ ਕਿ ਅਵਰ ਕੀ ਹੈਗਾ, ਅਵਰ ਕੌਣ ਹੁੰਦਾ। ਜਦੋਂ ਅਸੀਂ ਪੜ੍ਹਦੇ ਆ ਨਾ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਆਮ ਤੌਰ ਤੇ ਜਦੋਂ ਅਸੀਂ ਇਹਦੇ ਅਰਥ ਸਮਝਦੇ ਆ ਕਿ ਵੀ ਆ ਜਿਹੜੇ ਕੰਮ ਕਾਜ ਕਰਦਾ ਬੰਦਾ, ਕਿਰਤ ਕਮਾਈ ਕਰਦਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਸ ਇਹਨੂੰ ਛੱਡ ਦੇ। ਅਵਰ ਕਾਜ ਦਾ ਮਤਲਬ ਇੱਕ ਸੱਚ ਦੇ ਨਿਯਮ ਤੋਂ ਚੱਲਣ ਤੋਂ ਇਲਾਵਾ ਜਿਹੜੇ ਕੰਮ ਨੇ ਨਾ, ਉਹ ਸਾਰੇ ਉਸ ਅਵਰ ਕਾਜ ਆਉਂਦੇ, ਜੋ ਰੱਬੀ ਨਿਯਮ ਤੋਂ ਉਲਟ ਜਿਹੜਾ ਕਰ ਰਿਹਾ, ਜੋ ਪਖੰਡ ਕਰ ਰਿਹਾ, ਜੋ ਐਸੇ ਕੰਮ ਜਿਹੜੇ ਸੁਪਰਫਲੂਅਸ ਕੰਮ ਜਿਹੜੇ ਕਿਸੇ ਕੰਮ ਨਹੀਂ ਆਣੇ, ਜੋ ਕਿਸੇ ਵੀ ਤੈਨੂੰ ਸੱਚ ਦੇ ਨਾਲ ਜੋੜਨ ਦੇ ਕਿਤੇ ਤੇਰੀ ਹੈਲਪ ਨਹੀਂ ਕਰਦੇ, ਉਹ ਸਾਰੇ ਅਵਰ ਕਾਜ ਨੇ। ਆਪਣੇ ਕਿਰਤ ਕਮਾਈਆਂ ਦੀ ਗੱਲ ਨਹੀਂ ਚੱਲ ਰਹੀ ਕਿ ਅਵਰ ਕਾਜ ਤੇਰੇ ਕਿਤਨਾ ਕੰਮ, ਤੂੰ ਇਹ ਕੰਮ ਛੱਡ ਦੇ। ਸੋ ਇਸ ਨੂੰ ਛੱਡ ਕੇ ਭਾਵ ਦੀ ਗੱਲ ਕੀਤੀ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਹਿ ਪ੍ਰਭ ਆਪੇ। ਐਸੇ ਦੋਖ ਮਤਲਬ ਹੁੰਦਾ ਜਿਹੜੇ ਮਾੜੇ ਕਰਮ ਹੁੰਦੇ ਨੇ। ਐਸੇ ਦੋਖ ਮੂੜ ਅੰਧ ਵਿਆਪੇ, ਉਹ ਜਿਹੜਾ ਮੂੜਾ ਜਿਹੜਾ ਹੈਗਾ ਅੰਧ ਦੇ ਵਿੱਚ ਵਿਆਪਿਆ ਹੋਇਆ, ਭਾਵ ਉਹ ਰੱਬੀ ਨਿਯਮ ਉਸ ਰੱਬੀ ਨਿਜ਼ਾਮ ਦੇ ਉੱਤੇ ਨਹੀਂ ਚੱਲ ਰਿਹਾ, ਉਹਨੂੰ ਨਹੀਂ ਸਮਝ ਰਿਹਾ। ਨਾਨਕ ਕਾਢ ਲਹਿ ਪ੍ਰਭ ਆਪੇ, ਉਹ ਪ੍ਰਭ ਜਿਹੜਾ ਹੈ ਨਾ, ਹੁਣ ਦੇਖੋ ਪ੍ਰਭ ਫਿਰ ਪ੍ਰਭ ਉਹੀ ਹੈ ਜਿਹਦੀ ਗੱਲ ਸਭ ਤੋਂ ਪਹਿਲੇ ਸ਼ਲੋਕ ਦੇ ਵਿੱਚ ਕੀਤੀ ਹੋਈ ਹੈ। ਲਾਸਟ ਦੇ ਵਿੱਚ ਆ ਕੇ ਉਸੇ ਪ੍ਰਭ ਨੂੰ ਫਿਰ ਡਿਫਾਈਨ ਕਰ ਦਿੱਤਾ ਕਿ ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸਮਾਨ। ਔਰ ਇਹ ਪ੍ਰਭ ਜਿਹੜਾ ਹੈਗਾ, ਇਹ ਪ੍ਰਭ ਉਹੀ ਪ੍ਰਭ ਹੈ ਜਿਹਨੂੰ ਅਸੀਂ ਸ਼ੁਰੂ ਤੋਂ ਅਸੀਂ ਪੜ੍ਹਦੇ ਆ ਰਹੇ ਹਾਂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਇਹ ਪ੍ਰਭ ਉਹੀ ਹੈ ਜਿਹਨੂੰ ਅਸੀਂ ਸ਼ੁਰੂ ਤੋਂ ਪੜ੍ਹਦੇ ਆਏ ਹਾਂ। ਪ੍ਰਭ ਕੇ ਸਿਮਰਨ ਕਛ ਬਿਗਨ ਨਾ ਲਾਗੇ, ਪ੍ਰਭ ਕੇ ਸਿਮਰਨ ਅੰਦਿਨ ਜਾਗੇ। ਸਾਰਾ ਇੱਕ ਸੀਕੁਐਂਸ ਦੇ ਵਿੱਚ ਗੱਲ ਚੱਲ ਰਹੀ ਹੈ।
ਸੋ ਇਹ ਸਾਰੀ ਅੱਜ ਦੀ ਜਿਹੜੀ ਅੱਜ ਦਾ ਜਿਹੜਾ ਪਦਾ ਹੈ, ਇਸ ਪਦੇ ਦੇ ਵਿੱਚ ਉਸ ਜੈ ਪ੍ਰਸਾਦ ਭਾਵ ਉਸ ਰੱਬੀ ਨਿਯਮ ਦੀ ਜਿਹੜੀ ਜਿਸ ਦੀ ਗੱਲ ਸ਼ਲੋਕ ਦੇ ਵਿੱਚ ਕੀਤੀ ਹੈ, ਨਿਰਗੁਣ ਆਣਿਆ ਸੋ ਪ੍ਰਭ ਸਦਾ ਸੰਭਾਲ, ਉਸ ਸੰਭਾਲ ਦੇ ਕਾਰਨ ਜਿਹੜਾ ਹੈਗਾ ਉਹਨੂੰ ਐਕਚੁਅਲ ਪ੍ਰਾਪਤੀ ਕੀ ਹੋਏਗੀ, ਉਹ ਹੈ ਪ੍ਰਸਾਦ, ਕਿਰਪਾ। ਸੋ ਅੱਜ ਦੇ ਪਦੇ ਵਿੱਚ ਉਸ ਕਿਰਪਾ ਦੀ ਗੱਲ ਕੀਤੀ ਹੈ। ਪਹਿਲੇ ਪਦੇ ਵਿੱਚ ਰਮਈਆ ਕੇ ਗੁਣ ਚੇਤ ਪ੍ਰਾਣੀ ਦੀ ਗੱਲ ਕੀਤੀ ਸੀ ਕਿ ਸਾਰੇ ਉਸ ਗੁਣ ਨੂੰ ਸੰਭਾਲੇਗਾ ਤੇ ਤੇਰੇ ਅੰਦਰ ਕੀ ਬਦਲਾਵ ਆਏਗਾ, ਔਰ ਅੱਜ ਜਿਹੜਾ ਹੈਗਾ ਉਸ ਬਦਲਾਵ ਦੀ ਗੱਲ ਕਰਦੀ, ਉਸ ਸਾਰੀ ਕਿਰਪਾ ਦੀ ਗੱਲ ਕੀਤੀ ਹੈ। ਜੈ ਪ੍ਰਸਾਦ ਧਰ ਉੱਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜੈ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮਲਾ, ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਮ ਕਰਨ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਹਿ ਪ੍ਰਭ ਆਪੇ। ਸੋ ਅੱਜ ਦੇ ਪਦੇ ਦੀ ਸਮਾਪਤੀ ਹੈ। ਇੱਕ ਚੀਜ਼ ਮੈਂ ਸਾਰਿਆਂ ਕੋਲੋਂ ਅੱਜ ਇੱਕ ਡਿਸਕਸ਼ਨ ਦੇ ਵਿੱਚ ਥੋੜਾ ਜਿਹਾ ਰੱਖਣਾ ਚਾਹੁੰਦੇ ਹਾਂ ਕਿ ਇਸ ਜਿਹੜਾ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ, ਇਹਨੂੰ ਅਸੀਂ ਕਿਸ ਤਰ੍ਹਾਂ ਅੱਗੇ ਕੰਟੀਨਿਊ ਕਰੀਏ, ਕਿਉਂਕਿ ਲੋਕਡਾਊਨ ਵੀ ਖੁੱਲ ਗਿਆ, ਕਾਫੀ ਲੋਕਾਂ ਦਾ ਆਣਾ ਜਾਣਾ ਵੀ ਹੋ ਗਿਆ, ਔਰ ਇਸ ਟਾਈਮ ਜਿਹੜੀ